जिस तरह कोरोना काल ਵਿੱਚ ਆਪਣਿਆਂ ਤੋਂ ਆਪਣੇ ਦੂਰ ਹੋ ਰਹੇ ਨੇ, ਮਰਨ ਤੋਂ ਬਾਅਦ ਅੰਤਿਮ ਸੰਸਕਾਰ ਵੀ ਸਿਹਤ ਵਿਭਾਗ ਦੇ ਮੁਲਾਜ਼ਮ ਪੀਪੀ ਕਿੱਟਾਂ ਪਾ ਕੇ ਕਰ ਰਹੇ ਨੇ। ਇਸ ਤੋਂ ਇਹ ਸਵਾਲ ਖੜਾ ਹੁੰਦਾ ਹੈ ਕਿ ਇਹ ਕਰੋਨਾ ਹੈ ਜਾਂ ਕਲਯੁਗ, ਕਿਉਂਕਿ ਗੁਰਬਾਣੀ ਵਿੱਚ ਲਿਖਿਆ ਹੈ ਕਿ ਇਸ ਦੁਨੀਆ ਦੇ ਵਿੱਚ ਕੋਈ ਕਿਸੇ ਦਾ ਪੁੱਤ ਨਹੀਂ, ਧੀ ਨਹੀਂ, ਪਿਤਾ ਨਹੀਂ, ਮਾਤਾ ਨਹੀਂ, ਇਹ ਰਿਸ਼ਤੇ ਸਭ ਦੁਨਿਆਵੀ ਨੇ। ਦੁੱਖ ਪੈਣ ਤੇ ਸਭ ਸਾਥ ਛੱਡ ਜਾਂਦੇ ਨੇ। ਕੋਰੋਨਾ ਕਾਲ ਵਿੱਚ ਗੁਰਬਾਣੀ ਦਾ ਇਹ ਸੱਚ ਅੱਖਾਂ ਸਾਹਮਣੇ ਦੇਖਣ ਨੂੰ ਮਿਲ ਰਿਹਾ ਹੈ ਕਿ ਸੱਚਮੁੱਚ ਇਹ ਕਲਯੁਗ ਆ ਗਿਆ ਹੈ ਜਾਂ ਵਾਕਈ ਕੋਰੋਨਾ ਮਹਾਮਾਰੀ ਹੈ। ਦੱਸਦੇ ਕਿ ਦੁਨੀਆ ਭਰ ਵਿੱਚ ਫੈਲੀ ਕੋਰੋਨਾ ਮਹਾਮਾਰੀ ਨੇ ਜਿੱਥੇ ਆਪਣਿਆਂ ਦਾ ਸਾਥ ਛੱਡ ਰਹੇ ਨੇ, ਜਿਨ੍ਹਾਂ ਦੇ ਲਈ ਮਨੁੱਖ ਸਾਰੀ ਜ਼ਿੰਦਗੀ ਕੋੜੀ ਦੀ ਤਰ੍ਹਾਂ ਦਿਨ ਰਾਤ ਮਰ ਕੇ ਸੱਚ ਝੂਠ ਬੋਲ ਕੇ ਠੱਗੀਆਂ ਮਾਰ ਕੇ ਮਾਇਆ ਇਕੱਠੀ ਕਰਦਾ ਆ ਗਿਆ, ਉਹ ਇਸ ਕੋਰੋਨਾ ਬਿਮਾਰੀ ਦੇ ਵਿੱਚ ਅੰਤਿਮ ਸੰਸਕਾਰ ਕਰਨੋਂ ਵੀ ਪਿੱਛੇ ਹਟ ਗਏ। ਬਹੁਤ ਸਾਰੇ ਅਜਿਹੇ ਬਦਨਸੀਬ ਹਨ ਜਿਨ੍ਹਾਂ ਨੂੰ ਅੰਤਿਮ ਸੰਸਕਾਰ ਤੱਕ ਨਸੀਬ ਨਹੀਂ ਹੋਇਆ। ਕਿਸੇ ਦੀਆਂ ਲਾਸ਼ਾਂ ਦਰਿਆ ਵਿੱਚ ਸੁੱਟ ਦਿੱਤੀਆਂ ਗਈਆਂ ਅਤੇ ਕਿਸੇ ਦੀਆਂ ਦਰਿਆ ਕਿਨਾਰੇ ਰੇਤੇ ਹੇਠ ਦੱਬੀਆਂ ਗਈਆਂ। ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਮ੍ਰਿਤਕਾਂ ਦੇਹਾਂ ਨੂੰ ਧਾਰਮਿਕ ਰਿਸ਼ੀ ਰਿਵਾਜਾਂ ਤਹਿਤ ਅੰਤਿਮ ਸੰਸਕਾਰ ਵੀ ਨਸੀਬ ਨਹੀਂ ਹੋਇਆ। ਹਸਪਤਾਲਾਂ ਵਿੱਚ ਕੋਰੋਨਾ ਨਾਲ ਮਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਤਾਂ ਉਹਨਾਂ ਦੀਆਂ ਲਾਸ਼ਾਂ ਤੱਕ ਨਹੀਂ ਮਿਲ ਰਹੀਆਂ। ਹਸਪਤਾਲ ਤੋਂ ਹੀ ਪਲਾਸਟਿਕ ਦੇ ਲਿਫਾਫੇ ਵਿੱਚ ਪੈਕ ਕਰ ਸਿਹਤ ਵਿਭਾਗ ਦੇ ਮੁਲਾਜ਼ਮ ਸ਼ਮਸ਼ਾਨ ਘਾਟ ਪਹੁੰਚਦੇ ਨੇ ਅਤੇ ਬਿਨਾਂ ਧਾਰਮਿਕ ਰੀਤੀ ਰਿਵਾਜਾਂ ਦੇ ਅੰਤਿਮ ਸੰਸਕਾਰ ਕਰ ਚਲੇ ਜਾਂਦੇ ਨੇ। ਇੱਥੋਂ ਤੱਕ ਕਿ ਕਈ ਮ੍ਰਿਤਕਾਂ ਦੇ ਪਰਿਵਾਰ ਵੀ ਸੰਸਕਾਰ ਦੇ ਮੌਕੇ ਨਹੀਂ ਪਹੁੰਚਦੇ ਤੇ ਨਾ ਹੀ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਕਿਸ ਸਥਾਨ ਤੇ ਅੰਤਿਮ ਸੰਸਕਾਰ ਕੀਤਾ ਗਿਆ। ਅਜਿਹੀ ਮ੍ਰਿਤਕ ਦੇਹਾਂ ਦੀਆਂ ਅਸਥੀਆਂ ਸ਼ਮਸ਼ਾਨ ਘਾਟ ਦੀ ਸੁਆਹ ਦੇ ਵਿੱਚ ਹੀ ਗੁਲਦੀਆਂ ਰਹਿੰਦੀਆਂ ਜਾਂ ਕਈਆਂ ਦੀਆਂ ਅਸਥੀਆਂ ਸ਼ਮਸ਼ਾਨ ਘਾਟਾਂ ਦੇ ਵਿੱਚ ਕਈ ਮਹੀਨੇ ਇਸ ਉਡੀਕ ਵਿੱਚ ਲਟਕ ਰਹੀਆਂ ਨੇ ਕਿ ਕਦੋਂ ਕੋਈ ਅਪਣਾਵੇਗਾ ਤੇ ਉਹਨਾਂ ਨੂੰ ਹਰਿਦੁਆਰ ਜਾਂ ਕੀਰਤਪੁਰ ਵਿਖੇ ਬਹਾ ਕੇ ਮੋਕਸ਼ ਦਿਵਾਏਗਾ। ਇਸ ਨੂੰ ਕਲਯੁਗ ਨਾ ਕਹੀਏ ਤਾਂ ਹੋਰ ਕੀ ਕਹੀਏ। ਤੁਸੀਂ ਵੀ ਦੇਖੋ ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਜ਼ੀਰੋ ਲਾਈਨ ਟੀਵੀ ਦੇ ਲਈ एक खास रिपोर्ट। भैया क्या नाम है? जगदीश। कहाँ पे काम करते हैं? शमशान में। अच्छा, यहाँ पे कितने कोरोना की मौतें को कितने आती है संस्कार होने के लिए? अब एक तो कोई रोज़ का टाइम नहीं है, लेकिन 20-50 आ चुके हैं यहाँ। कभी एक आया, कभी दो आया, कभी हफ्ता नहीं आया। अच्छा, जो कोरोना से मौत होके यहाँ पे आते हैं उनका संस्कार कैसे कौन करता है? यहाँ पे कौन आते हैं? उसमें भाई एम्बुलेंस पे बंदे खुद आते हैं, वो किटे पा के आते हैं, वो करते हैं। परिवार वाला कोई नेड़े भी नहीं जाता। अच्छा, हाँ जी। तो जैसे आम लोगों के साथ जो रीति रिवाज के साथ होता है कैसे होता है और इनके साथ कैसे होता है? रीति रिवाज में जब हिंदू मरते हैं तो उनके साथ पंडित आता है, सब अच्छी विधि से काम करवाता है। और जो अपने सिख ईसाई हैं उनमें मतलब पार्टी आता है, अरदास करता है, बहुत अच्छे हिसाब से रिवाज से काम होता है। लेकिन कोरोना वाला तो ये तो कोई मुक्ति ही नहीं है। क्या लगता है इनको मुक्ति मिलती है कि नहीं? नहीं जी, कोई नहीं होता। तो उनकी अस्थियां कैसे पड़ी रहती हैं? अस्थियाँ भाई अगर किसी के दिल में आ गया तो ले गया, और नहीं तो 6-6 महीना पड़ी रहती है। हाँ जी। तो क्या लगता है इनको मोक्ष मिलता है या नहीं मिलेगा? नहीं जी, उनको मोक्ष कैसे मिल सकता है? पुट्टे टंगे हुए हैं, कैसे मिल सकता है उनको मोक्ष? तो क्या मानते हैं ये कोरोना ने कलयुग याद करा दिया क्या? नहीं, कलयुग तो याद ही है, और क्या है, कलयुग आ गया जी। अपनों से अपने भाग रहे हैं। वाह जी, अपना तो नेड़े बढ़ता ही नहीं है। डैडी मर जाए बेटा भी हाथ नहीं लगाता है। तो जो लोग पहले जफ्फियाँ डालते थे नहीं जी, कुछ नहीं, अब कुछ नहीं। वो तो दूर खड़े रहते हैं, गेट से अंदर भी नहीं बढ़ते हैं जी परिवार वाले। वो जो किटे पा के आते हैं, डॉक्टर लोग या एम्बुलेंस पर लेके आते हैं, बस वही उसको भट्टी में रखते हैं, वही लक्कड़ लगाते हैं, वही मतलब दाग लगाते हैं, बस किटे उतारी भट्टी में पा दी, चल भाई। वो नेड़े नहीं जाते, कोई अरदास फरदास कुछ नहीं है। ना घी पाते हैं, ना 5 रतन पाते हैं, ऊपर से ऐसे कर दिया उन्हीं लोगों ने तो कर दिया, परिवार वाला कोई नहीं। हाँ जी, जो अंतिम समय में जो मरते हैं उनकी दुर्दशाई है। ऐसा ये कलयुग आया, ऐसा ये कोरोना आया है। सर की नाम है? कृष्ण देव है जी। सर की ड्यूटी है थोड़ी कोरोना के दौरान जी? मैं सुपरवाइजर है जी, ਤੁਸੀਂ ਪ੍ਰਾਂਤ ਸਫਾਈ ਸੇਵਕ ਦਾ ਸਰ। ਹੋਰ ਕੀ ਡਿਊਟੀਆਂ ਕਰਦੇ ਤੁਸੀਂ ਕੋਰੋਨਾ ਦੇ? ਡਿਊਟੀਆਂ ਇਹ ਵੀ ਕੋਰੋਨਾ 'ਚ ਵੀ ਕਰਦੇ, ਕੋਰੋਨਾ ਦੇ ਡੈੱਡ ਬੋਡੀਆਂ ਚੱਕ ਕੇ ਲਿਆਉਂਦੇ ਪਟਿਆਲੇ ਤੋਂ, ਸੰਸਕਾਰ ਕਰਾਉਂਦੇ, ਉਹਨਾਂ ਤੱਕ ਕਲੀਨ ਕਰਾਉਂਦੇ ਉਹਨਾਂ ਨੂੰ। ਅੱਛਾ, ਤੇ ਸੰਸਕਾਰ ਦੌਰਾਨ ਕਿਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲ ਰਹੇ? ਜਿਸ ਤਰ੍ਹਾਂ
ਪਰਿਵਾਰਕ ਮੈਂਬਰ ਆਉਂਦੇ ਆ ਨਹੀਂ ਆਉਂਦੇ ਆ, ਜਾਂ ਉਹਨਾਂ ਨੂੰ ਅੰਤਿਮ ਸਮੇਂ ਜਿਹੜੀ ਹੈਗੀ ਅਰਦਾਸ ਨਸੀਬ ਹੁੰਦੀ ਆ ਜਾਂ ਪੰਡਤ ਨਸੀਬ ਹੁੰਦੇ ਆ? ਪਰ ਇੱਥੇ ਤੱਕ ਕਿ ਆਪਣਾ ਮਰੀਜ਼ ਜਿਹਨੇ ਸਾਰੀ ਜ਼ਿੰਦਗੀ ਉਹਨਾਂ ਨੂੰ ਪਾਲਿਆ, ਆਪਣਾ ਸਿਆ, ਰੋਟੀਆਂ ਖਾਧੀਆਂ, ਉਹਨਾਂ ਨੇ ਦੁੱਧ ਪੀਤੇ ਹੈ, ਉਹਨਾਂ ਨੂੰ ਗਾਂ ਹੱਥ ਲਾਉਣ ਤੇ ਵੀ ਲੋਕੀ ਡਰਦੇ ਆ ਇਸ ਟਾਈਮ। ਅਸੀਂ ਉਸ ਬਾਅਦ ਇਸ ਤਰ੍ਹਾਂ ਸੰਸਕਾਰ ਅੱਗ ਲੱਗੀ ਨਹੀਂ, ਅਗਲੇ ਨੇ ਇੱਕ ਵਾਰੀ ਮੂੰਹ ਦਿਖਾ ਕੇ ਅੱਗ ਲੱਗੀ ਨਹੀਂ, ਉਹਨਾਂ ਲਾਈ ਨਹੀਂ, ਅਸੀਂ ਆ ਜਾਂਦੇ ਵਾਪਸ। ਕਿਵੇਂ ਮੰਨਦੇ ਹੋ ਕਿ ਲੱਗਦਾ ਕਿ ਕਲਯੁਗ? ਇਹੀ ਲੱਗਦਾ ਵੀ ਕਲਯੁਗ ਉਹ ਦਿਨ ਆ ਗਏ, ਅੱਗੇ ਸਿਆਣੇ ਕਹਿੰਦੇ ਹੁੰਦੇ ਵੀ ਕੋਈ ਕਲਯੁਗ ਆਊਗਾ ਆਪਣੇ ਨੂੰ ਆਪਣਾ ਨਹੀਂ ਪਛਾਣੂਗਾ, ਉਹ ਪਛਾਣਨ ਵਾਲਾ ਕੰਮ ਹੋ ਗਿਆ। ਆਪਣੇ ਬੰਦੇ ਨੂੰ ਵੀ ਲੋਕ ਹੱਥ ਲਾਉਣ ਤੇ ਵੀ ਡਰਨ ਲੱਗ ਗਏ ਇਸ ਵਕਤ, ਕਹਿੰਦੇ ਹੋਊਗਾ ਮਚ ਗਿਆ ਪੂਰਾ। ਹਾਂਜੀ ਸਰ, ਕੀ ਨਾਮ ਹੈ ਜੀ? ਸੰਦੀਪ ਕੁਮਾਰ ਜੀ। ਸਰ, ਹਿੰਦੂ ਧਰਮ ਦੇ ਵਿੱਚ ਜਿਹੜਾ ਹੈਗਾ ਅੰਤਿਮ ਸੰਸਕਾਰ ਨੂੰ ਲੈ ਕੇ ਕੀ ਜਿਹੜੀ ਹੈਗੀ ਆ ਰਸਮਾਂ ਹੁੰਦੀਆਂ ਆਮ ਤੌਰ ਤੇ ਜੀ? ਦੇਖੋ, ਹਿੰਦੂ ਧਰਮ ਜਿਹੜਾ ਸਨਾਤਨ ਧਰਮ ਹੈ, ਸਨਾਤਨ ਦੇ ਵਿੱਚ ਅਸੀਂ ਜਦੋਂ ਅੰਤਿਮ ਸੰਸਕਾਰ ਸਾਡਾ ਆਪਾਂ ਕਰਦੇ ਆ ਕਿਸੇ ਦਾ, ਤੇ ਉਹਦੇ ਵਾਸਤੇ ਇੱਕ ਵਿਧੀ ਹੈ, ਵਿਧੀ ਪੂਰਵਕ ਉਹਦੀ ਅੰਤਿਮ ਵਿਦਾਈ ਹੁੰਦੀ। ਜਦੋਂ ਜੋ ਵੀ ਡੈੱਡ ਬੋਡੀ ਹੈ ਉਹਨੂੰ ਆਪਾਂ ਲਿਆਉਂਦੇ ਆ, ਉਹਨੂੰ ਨਲਾਉਣ ਧਲਾਉਣ ਤੋਂ ਬਾਅਦ ਪੂਰਾ ਵਿਧੀ ਪੂਰਵਕ ਹਵਨ ਸਮੱਗਰੀ ਵਗੈਰਾ ਦੇ ਨਾਲ ਉਹਦਾ ਅੰਤਿਮ ਸੰਸਕਾਰ ਜਦੋਂ ਅਸੀਂ ਕਰਦੇ ਆ, ਉਹ ਇੱਕ ਵਿਧੀ ਪੂਰਵਕ ਪੂਜਾ ਪਾਠ ਕਰਕੇ ਉਹਦਾ ਪਿੰਡ ਦਾਨ ਵਗੈਰਾ ਪਿੰਡ ਬਣਾ ਕੇ ਤਾਂ ਅਸੀਂ ਉਹਦਾ ਵਿਧੀ ਪੂਰਵਕ ਇੱਕ ਪ੍ਰਵਾਹਿਤ ਕਰਦੇ ਆ, ਜਾਂ ਜਿਸ ਤਰ੍ਹਾਂ ਉਹਨੂੰ ਅਗਨੀ ਦੇ ਤਰਫ ਭੇਂਟ ਕਰਦੇ ਆ। ਤੇ ਉਹਦੇ ਨਾਲ ਪਰੰਤੂ ਹੁਣ ਕਰੋਨਾ ਦੇ ਦੌਰਾਨ ਜਿਸ ਤਰ੍ਹਾਂ ਵਿਧੀ ਵਿਧਾਨ ਦੇ ਨਾਲ ਨਹੀਂ ਹੋ ਰਹੇ ਸੰਸਕਾਰ, ਹਸਪੀਟਲ ਤੋਂ ਜਿਹੜੇ ਮੁਲਾਜ਼ਮ ਆਉਂਦੇ ਆ ਇਸ ਤਰ੍ਹਾਂ ਆ ਕੇ ਜਿਹੜਾ ਸੰਸਕਾਰ ਕੀਤੇ ਜਾ ਰਹੇ ਆ, ਤੇ ਅਸਥੀਆਂ ਵੀ ਸ਼ਮਸ਼ਾਨ ਘਾਟਾਂ ਦੇ ਵਿੱਚ ਲਟਕ ਰਹੀਆਂ ਕਈ ਮਹੀਨਿਆਂ ਤੋਂ। ਕੀ ਲੱਗਦਾ ਜਿਹੀਆਂ ਜਿਹੜੇ ਹੈਗੇ ਆ ਮਰ ਜਾਂਦੇ ਉਹਨਾਂ ਨੂੰ ਮੋਕਸ਼ ਮਿਲ ਜਾਂਦਾ? ਕਿਵੇਂ ਦੇਖਦੇ ਹੋ ਸਰ? ਦੇਖੋ, ਜਿਸ ਤਰ੍ਹਾਂ ਇਹ ਮਹਾਮਾਰੀ ਫੈਲੀ ਹੋਈ ਹੈ, ਇਸ ਮਹਾਮਾਰੀ ਦੌਰਾਨ ਬਹੁਤ ਜ਼ਿਆਦਾ ਜੋ ਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਕਈ ਲੋਕ ਜਿਹੜੇ ਆ ਜਿਨ੍ਹਾਂ ਦੇ ਰਿਲੇਟਿਵ ਹੈ, ਕੋਈ ਨਾਲ ਨਹੀਂ ਆ ਰਿਹਾ, ਸਰਕਾਰੀ ਡਿਪਾਰਟਮੈਂਟ ਦੇ ਲੋਕ ਆ ਕੇ ਸੰਸਕਾਰ ਕਰ ਰਹੇ ਆ, ਔਰ ਉਹ ਕੋਈ ਵਿਧੀ ਪੂਰਵਕ ਸੰਸਕਾਰ ਹੋ ਨਹੀਂ ਰਿਹਾ। ਇਹਦੇ ਵਿੱਚ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਹੈ, ਲੇਕਿਨ ਇਸ ਸਥਿਤੀ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਹੁਣ ਕੁਝ ਅਸਥੀਆਂ ਵੀ ਸ਼ਮਸ਼ਾਨ ਘਾਟ ਦੇ ਵਿੱਚ ਹੀ ਮਿਲਦੀਆਂ, ਨਾਰਮਲੀ ਕੋਈ ਉਹਨੂੰ ਵਿਸਰਜਿਤ ਕਰਨ ਵਾਲਾ ਨਹੀਂ ਹੈ। ਬਟ ਜੇਕਰ ਸਹੀ ਤਰੀਕੇ ਦੇ ਨਾਲ ਉਹਨੂੰ ਆਪਾਂ ਵਿਸਰਜਿਤ ਕਰੀਏ, ਜਿੱਥੇ ਗੰਗਾ ਜੀ ਦੇ ਵਿੱਚ ਜਾ ਕੇ ਉਹਦਾ ਅਸੀਂ ਵਿਸਰਜਨ ਕਰੀਏ, ਉਸ ਤੋਂ ਬਾਅਦ ਉਹਨਾਂ ਦੀ ਜੋ ਵਿਧੀ ਪੂਰਵਕ ਭੇਵੇ ਦੇ ਵਿੱਚ ਜਾ ਕੇ ਉਹਨਾਂ ਦਾ ਆਪਾਂ ਪੂਜਾ ਪਾਠ ਕਰਕੇ ਵਿਧੀ ਪੂਰਵਕ ਉਹਦਾ ਆਪਾਂ ਹਵਨ ਕਰਵਾ ਦਈਏ, ਤੇ ਉਹਦੇ ਨਾਲ ਜ਼ਰੂਰ ਉਹਨਾਂ ਆਤਮਾਵਾਂ ਨੂੰ ਮੋਕਸ਼ ਮਿਲੇਗਾ ਜਿਹੜੀਆਂ ਸਾਡੇ ਤੋਂ ਵਿਛੜ ਗਈਆਂ ਇਸ ਮਹਾਮਾਰੀ ਦੌਰਾਨ। ਤੇ ਮੇਰੀ ਇਹੀ ਅਪੀਲ ਹੈ ਜੋ ਜਥੇਬੰਦੀਆਂ ਸਾਡੀਆਂ ਹਿੰਦੂ ਧਰਮ ਜਾਂ ਸਨਾਤਨ ਧਰਮ ਦੇ ਨਾਲ ਜੁੜੀਆਂ ਹੋਏ ਕਿ ਜਿੰਨਾ ਅਸੀਂ ਅਗਰ ਕਰੋਨਾ ਕਾਲ ਦੇ ਵਿੱਚ ਕਿਸੇ ਨੂੰ ਟੱਚ ਨਹੀਂ ਕਰ ਸਕਦੇ, ਕਿਸੇ ਦੇ ਕੋਲ ਬੈਠ ਨਹੀਂ ਸਕਦੇ, ਪਰ ਸਾਨੂੰ ਇਸ ਮਹਾਮਾਰੀ ਦੌਰਾਨ ਜੋ ਵੀ ਇਹ ਛੋਟਾ ਜਿਹਾ ਇੱਕ ਉਪਰਾਲਾ ਕਰੀਏ ਕਿ ਜਿਹੜਾ ਕਰ ਸਕਦਾ ਹੈ, ਉਸ ਅਸਥੀਆਂ ਨੂੰ ਅਸੀਂ ਅਗਿਆਤ ਵਿਅਕਤੀ ਦੀ ਅਸਥੀ ਨੂੰ ਵੀ ਅਸੀਂ ਜਾ ਕੇ ਉੱਥੇ ਵਿਸਰਜਿਤ ਕਰਵਾਈਏ, ਤਾਂ ਕਿ ਉਸ ਵਿਅਕਤੀ ਨੂੰ ਮੋਕਸ਼ ਮਿਲੇ, ਉਸ ਆਤਮਾ ਨੂੰ ਮੋਕਸ਼ ਮਿਲੇ ਜੋ ਇਸ ਮਹਾਮਾਰੀ ਦੌਰਾਨ ਸਾਨੂੰ ਛੱਡ ਕੇ ਚਲੇ ਗਏ। ਰਿਸ਼ਤਿਆਂ ਦਾ ਸੱਚ ਆ ਜਿਹੜਾ ਦੁਨੀਆਦਾਰੀ ਕਿਸ ਤਰ੍ਹਾਂ ਸਾਹਮਣੇ ਦੇਖਦੇ ਹੋ ਕਿ ਜਿਹੜਾ ਕਰੋਨਾ ਨੇ ਸਾਹਮਣੇ ਲਿਆਂਦਾ ਸਾਰਾ ਕੁਝ? ਕਰੋਨਾ ਕਾਲ ਨੇ ਸਾਨੂੰ ਇਹ ਚੀਜ਼ ਬਿਲਕੁਲ ਸਪਸ਼ਟ ਦਿਖਾਈ ਹੈ ਕਿ ਇਸ ਮਹਾਮਾਰੀ ਨੇ ਇਹ ਸਾਫ਼ ਕਰ ਦਿੱਤਾ ਕਿ ਕੋਈ ਵੀ ਰਿਸ਼ਤਾ ਜੋ ਹੈ ਉਹ ਚਿਰਜੀਵੀ ਰਿਸ਼ਤਾ ਨਹੀਂ ਹੈ। ਹਰ ਵਿਅਕਤੀ ਜਦੋਂ ਇਸ ਮਹਾਮਾਰੀ ਦਾ ਪਤਾ ਚੱਲਦਾ ਇੱਕ ਦੂਸਰੇ ਤੋਂ ਪੱਲਾ ਛਡਾਉਣ ਦੀ ਕੋਸ਼ਿਸ਼ ਕਰਦਾ, ਔਰ ਹਰ ਵਿਅਕਤੀ ਇੱਕ ਦੂਜੇ ਤੋਂ ਇੱਕ ਦੂਰੀ ਬਣਾ ਕੇ ਰੱਖਦਾ। ਤੇ ਮੇਰਾ ਇਹੀ ਵਿਚਾਰ ਹੈ ਅੱਜ ਦੀ ਦੁਨਿਆਵੀ ਦੁਨੀਆ ਨੂੰ ਦੇਖਦੇ ਹੋਏ ਕਿ ਜਿੰਨਾ ਅਸੀਂ ਪਰਮਾਤਮਾ ਦਾ ਸਿਮਰਨ ਕਰੀਏ, ਜਿੰਨਾ ਅਸੀਂ ਆਪਣੇ ਆਪ ਨੂੰ ਧਰਮ ਦੇ ਕਾਰਜਾਂ ਦੇ ਵਿੱਚ ਲਗਾਈਏ, ਔਰ ਇਸ ਮਹਾਮਾਰੀ ਦੇ ਵਿੱਚ ਜਨ ਦੀ ਜੋ ਸੇਵਾ ਕਰ ਸਕਦੇ ਆ ਅਸੀਂ ਇਹੀ ਸਾਨੂੰ ਕਰਨੀ ਚਾਹੀਦੀ। ਦੁਨੀਆਦਾਰੀ ਜਿਹੜੀ ਹੈ ਇਸ ਬਿਮਾਰੀ ਨੇ ਦਿਖਾਤੀ ਕਿ ਕੋਈ ਵੀ ਆਪਣਾ ਨਹੀਂ ਹੈ। ਜਦੋਂ ਕਰੋਨਾ ਪੀੜਿਤ ਕੋਈ ਵਿਅਕਤੀ ਆਈਸੋਲੇਟ ਕਰ ਦਿੱਤਾ ਜਾਂਦਾ ਤਾਂ ਉਹਦੇ ਹਾਲਾਤ ਇਹ ਹੋ ਜਾਂਦੇ ਕਿ ਉਹ ਆਤਮ ਹੱਤਿਆ ਕਰਨ ਤੱਕ ਆ ਜਾਂਦਾ, ਕਿਉਂਕਿ ਕੁਝ ਸਾਡੇ ਜਾਣਕਾਰ ਜਿਹੜੇ ਇਸ ਮਹਾਮਾਰੀ ਤੋਂ ਬਚ ਕੇ ਨਿਕਲੇ ਹੈ, ਜਦੋਂ ਉਹਨਾਂ ਦੇ ਵਿਚਾਰ ਅਸੀਂ ਸੁਣੇ ਆ ਤਾਂ ਉਹਨਾਂ ਨੇ ਇਹੀ ਕਿਹਾ ਕਿ ਮਾਂ ਬਾਪ ਭੈਣ ਭਾਈ ਯਾਰ ਦੋਸਤ ਰਿਸ਼ਤੇਦਾਰ ਕੋਈ ਨਹੀਂ ਹੁੰਦਾ। ਜਦੋਂ ਉਹ ਇਕੱਲਾ ਕਮਰੇ ਵਿੱਚ ਬੈਠਾ ਉਸ ਟਾਈਮ ਉਹ ਇਹੀ ਸੋਚਦਾ ਵੀ ਜਿਨ੍ਹਾਂ ਕਰਕੇ ਮੈਂ ਕਮਾਇਆ, ਪਾਪ ਵੀ ਕਰੇ, ਰਿਸ਼ਵਤਾਂ ਵੀ ਖਾਧੀਆਂ, ਸਭ ਕੁਝ ਕਰਿਆ, ਅੱਜ ਕੋਈ ਮੇਰੀ ਖਬਰ ਲੈਣ ਤੱਕ ਨਹੀਂ ਆ ਰਿਹਾ। ਕਰੋਨਾ ਦਾ ਡਰ ਤਾਂ ਇੰਨਾ ਹੋ ਗਿਆ ਜੀ, ਸਪਸ਼ਟ ਜਾ ਕੇ ਗੱਲਬਾਤ ਕਰਨ ਤੋਂ ਦੂਰ ਬੰਦਾ ਫੋਨ ਕਰਨ ਤੋਂ ਵੀ ਡਰਦਾ। ਕੀ ਲੱਗਦਾ ਪਰਮਾਤਮਾ ਕਿਤੇ ਨਾ ਕਿਤੇ ਬੰਦੇ ਨੂੰ ਇੱਕ ਦਿਖਾ ਰਿਹਾ ਕਿ ਜਿਹੜਾ ਹੈਗਾ ਰੱਬ ਦਾ ਨਾਮ ਸਭ ਤੋਂ ਸਪਸ਼ਟ ਹੈ? ਬਿਲਕੁਲ ਜੀ, ਪਰਮਾਤਮਾ ਸਭ ਨੂੰ ਪਤਾ ਕਿ ਸਰਵਸਵ ਹੈ, ਔਰ ਜਿੰਨਾ ਅਸੀਂ ਨੇਚਰ ਦੇ ਨਾਲ ਛੇੜਛਾੜ ਕਰ ਰਹੇ ਹੈ, ਜਿੰਨਾ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜਿਹੜੀ ਸਾਡੀ ਅਸੀਂ ਇਸ ਆਸਥਾ ਨੂੰ ਛੇੜ ਰਹੇ ਹੈ, ਔਰ ਜਿੰਨਾ ਅਸੀਂ ਕੁਦਰਤ ਦੇ ਨਾਲ ਛੇੜਛਾੜ ਕਰ ਰਹੇ ਔਰ ਪਰਮਾਤਮਾ ਨੂੰ ਅਸੀਂ ਇਹ ਦਿਖਾ ਰਹੇ ਕਿ ਪਰਮਾਤਮਾ ਨਹੀਂ ਹੈ। ਅੱਜ ਪਰਮਾਤਮਾ ਨੇ ਆਪਣਾ ਅਸਤਿਤਵ ਦਿਖਾਇਆ ਹੈ
ਇਸ ਮਹਾਮਾਰੀ ਦੇ ਰੂਪ ਵਿੱਚ ਇਨਸਾਨ ਨੂੰ ਇਹ ਦੱਸਿਆ ਕਿ ਜੇਕਰ ਪਰਮਾਤਮਾ ਆਪਣੀ ਆਈ ਤੇ ਆ ਜਾਏ ਤਾਂ ਕੋਈ ਰਿਸ਼ਤਾ ਕੰਮ ਨਹੀਂ ਆਉਂਦਾ, ਕੋਈ ਤਾਕਤ, ਕੋਈ ਪੈਸਾ, ਕੁਝ ਵੀ ਕੰਮ ਨਹੀਂ ਆਉਂਦਾ। ਫਿਰ ਬੰਦਾ ਅਰਦਾਸ ਹੀ ਕਰਦਾ ਕਿ ਹੇ ਵਾਹਿਗੁਰੂ, ਹੇ ਪਰਮਾਤਮਾ, ਹੇ ਮੇਰੇ ਮਹਾਰਾਜ, ਇੱਕ ਵਾਰ ਬਚਾ ਲੈ, ਉਸ ਤੋਂ ਬਾਅਦ ਮੈਂ ਕੋਈ ਪਾਪ ਦਾ ਕੰਮ ਨਹੀਂ ਕਰਦਾ। ਬਾਬਾ ਜੀ, ਆਮ ਤੌਰ ਤੇ ਸਿੱਖ ਧਰਮ ਦੇ ਵਿੱਚ ਜਿਹੜਾ ਅੰਤਿਮ ਸੰਸਕਾਰ ਦੀ ਕਿਰਿਆ ਹੈਗੀ, ਉਹਦੇ 'ਚ ਕਿਸ ਤਰ੍ਹਾਂ ਜਿਹੜਾ ਹੈਗਾ ਹੁੰਦਾ ਹੈ, ਕੀ ਰੀਤੀ ਰਿਵਾਜ ਹੈ? ਸਿੱਖ ਧਰਮ ਦੇ ਵਿੱਚ ਜਿਹੜੀ ਸੰਸਕਾਰ ਦੀ ਮਰਿਆਦਾ ਆ, ਇਨਸਾਨ ਜਦੋਂ ਪ੍ਰਾਣੀ ਸੰਸਾਰ ਤੋਂ ਚਲੇ ਜਾਂਦਾ ਹੈ ਤਾਂ ਉਹਦੀ ਜਿਹੜੀ ਸਰੀਰ ਆ ਪਿੱਛੇ 5 ਤੱਤਾਂ ਦਾ, ਉਹਨੂੰ ਅਗਨ ਦੇ ਵਿੱਚ ਲਵਲੀਨ ਕਰਨ ਵਾਸਤੇ ਜਿਹੜੀ ਅਗਨ ਭੇਟ ਕੀਤੀ ਜਾਂਦੀ ਹੈ। ਪਰ ਇਸ ਤੋਂ ਪਹਿਲਾਂ ਕਿ ਆਪਾਂ ਵਿਚਾਰ ਗੁਰਮਤਿ ਦਾ ਆਰੰਭ ਕਰੀਏ, ਸਰਬੱਤ ਸੰਗਤਾਂ ਨੂੰ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਾਰਿਆਂ ਨੂੰ ਉਪਦੇਸ਼ ਕੀਤਾ ਹੈ ਕਿ ਜਦੋਂ ਵੀ ਪ੍ਰਾਣੀ ਸੰਸਾਰ ਤੋਂ ਜਾਂਦਾ ਹੈ ਤਾਂ ਉਸ ਦੀ ਅੰਤਮ ਜਿਹੜੀ ਅਰਦਾਸ ਹੈ, ਸਭ ਤੋਂ ਪਹਿਲਾਂ ਜਦੋਂ ਪ੍ਰਾਣੀ ਘਰ ਤੋਂ ਤੋਰਦੇ ਆ ਉਸ ਵੇਲੇ ਅਰਦਾਸ ਕੀਤੀ ਜਾਂਦੀ ਹੈ। ਫਿਰ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਅਰਦਾਸ ਕਰਕੇ ਉਹਦੇ ਸਰੀਰ ਨੂੰ ਅਗਨ ਭੇਟ ਕੀਤੀ ਜਾਂਦੀ ਹੈ। ਪਰ ਬਾਬਾ ਜੀ, ਕਰੋਨਾ ਦੇ ਚੱਲਦੇ ਹੁਣ ਜਿਹੜਾ ਹੈਗਾ ਜ਼ਿਆਦਾਤਰ ਇਹ ਦੇਖਣ 'ਚ ਆ ਰਿਹਾ ਵੀ ਹਸਪੀਟਲ ਦੇ ਮੁਲਾਜ਼ਮ ਡਾਕਟਰ ਹੀ ਜਿਹੜੇ ਹੈਗੇ ਆ ਸੰਸਕਾਰ ਕਰਦੇ ਆ, ਜਿਹੜਾ ਨਾ ਪਰਿਵਾਰਕ ਮੈਂਬਰ ਨੇੜੇ ਆਉਂਦੇ ਆ ਤੇ ਨਾ ਜਿਹੜੇ ਹੈਗੀਆਂ ਰੀਤੀ ਰਿਵਾਜ ਦੇ ਤਹਿਤ ਜਿਹੜੇ ਹੈਗੇ ਆ ਸੰਸਕਾਰ ਹੋ ਰਿਹਾ। ਜਿਵੇਂ ਸਾਡੇ ਗੁਰੂ ਸਾਹਿਬਾਨਾਂ ਨੇ ਕਲਯੁਗ ਦਾ ਜੋ ਸਮਾਂ ਕਿਹਾ ਜਾਂਦਾ ਹੈ, ਕਲਯੁਗ ਇੱਕ ਸਮਾਂ ਆ। ਸਮੇਂ ਵਿੱਚ ਜਿਵੇਂ ਮਹਾਰਾਜ ਨੇ ਕਿਹਾ ਸੀ ਕਿ ਧੀ ਪੁੱਤਰ ਜਦੋਂ ਵਿਪਤ ਪਰੀ ਸਭ ਹੀ ਸੰਗ ਛਾਟਤ, ਕੋਉ ਨਾ ਆਵਤ ਨੇਰੇ। ਜਿਵੇਂ ਦੱਸਿਆ ਗਿਆ ਤਾਂ ਤੇ ਸਾਡੇ ਬੱਚੇ ਵੀ ਪੁੱਛਿਆ ਕਰਦੇ ਤੇ ਕਿ ਬਿਪਤਾ ਦੇ ਵਿੱਚ ਸਾਰੇ ਰਿਸ਼ਤੇਦਾਰ ਹਸਪਤਾਲਾਂ ਵਿੱਚ ਪਹੁੰਚ ਜਾਂਦੇ ਨੇ। ਬਿਪਤਾ ਦੇ ਵਿੱਚ ਹਰ ਕੋਈ ਪੈਸਾ ਲੈ ਕੇ ਸੱਜਣ ਮਿੱਤਰ ਪਹੁੰਚ ਜਾਂਦਾ, ਪਰ ਜਿਹੜੀ ਬਿਪਤਾ ਦੀ ਗੱਲ ਕਰੀ ਸੀ ਉਹ ਅੱਜ ਦਾ ਸਮਾਂ ਸਾਡੇ ਅੱਖਾਂ ਦੇ ਸਾਹਮਣੇ ਆ। ਇਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਬਦ ਆ ਜੋ ਆਪਾਂ ਹੁਣ ਸਰਵਣ ਕੀਤਾ ਹੈ। ਇਹ ਦੱਸਿਆ ਤਾਂ ਬਿਪਤ ਜਿਹਦੇ ਵਿੱਚ ਦੱਸਿਆ ਤਾਂ ਵੀ ਸੰਗ ਛੱਡ ਕੇ ਇਦਾਂ ਭੱਜ ਜਾਣਗੇ ਕਿ ਮਰਿਆਦਾ ਵੀ ਭੁੱਲ ਜਾਣਗੇ ਕਿ ਇੱਕ ਪ੍ਰਾਣੀ ਦਾ ਸਰੀਰ ਜਿਹੜਾ ਹੈ ਉਹ ਕਿਵੇਂ ਅੱਜ ਸੜਕਾਂ ਦੇ ਵਿੱਚ ਸਾਡੇ ਜਿੰਨੇ ਡਾਕਟਰ ਹੈ ਉਹ ਵੀ, ਕਿਉਂਕਿ ਪਰਮੇਸ਼ਰ ਦੇ ਨਾਲ ਜੇ ਜੀਵ ਜੁੜਿਆ ਹੋਵੇ ਤਾਂ ਉਹਦੇ ਵਿੱਚ ਇੰਨੀ ਕੁ ਪਾਵਰ ਆ ਜਾਂਦੀ ਹੈ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਛੱਡ ਆਸ। ਫਿਰ ਉਹ ਮਰਨੇ ਦੀ ਪਰਵਾਹ ਨਹੀਂ ਕਰਦਾ, ਸਰਬੱਤ ਮਨੁੱਖਤਾ ਦੀ ਸੇਵਾ ਕਰਦਾ ਹੈ। ਅੱਜ ਡਾਕਟਰ ਸਾਡੇ ਇੰਨੀ ਤੇਜ਼ੀ ਦੇ ਨਾਲ ਮਰੀਜ਼ ਨੂੰ ਲੈ ਕੇ ਜਾਂਦੇ ਹਨ ਕਿ ਘਰ ਵਾਲਿਆਂ ਨੂੰ ਪਤਾ ਵੀ ਨਹੀਂ ਲੱਗਦਾ ਹੈ ਕਿ ਇਸ ਵੇਲੇ ਇੱਕ ਫੋਨ ਤੇ ਹੀ ਦੱਸਿਆ ਜਾਂਦਾ ਵੀ ਤੁਹਾਡਾ ਪ੍ਰਾਣੀ ਜਿਹੜਾ ਉਹਦੀ ਡੈਥ ਹੋ ਗਈ ਆ ਕਰੋਨਾ ਕਰਕੇ। ਹੋਈ ਕਿ ਨਹੀਂ ਹੋਈ ਸਾਨੂੰ ਨਹੀਂ ਪਤਾ ਆਪਾਂ ਨੂੰ, ਪਰ ਇਹ ਸਾਨੂੰ ਦੱਸਿਆ ਜਾਂਦਾ। ਉਸ ਵੇਲੇ ਹੀ ਤੁਸੀਂ ਛੇਤੀ ਛੇਤੀ ਪਰਿਵਾਰ ਸ਼ਮਸ਼ਾਨ ਘਾਟ ਤੇ ਪਹੁੰਚ ਜਾਓ। ਹਵੜ ਦਬੜ ਦੇ ਵਿੱਚ ਪਰਿਵਾਰ ਨੂੰ ਇਹ ਗੱਲ ਵੀ ਵਿਸਰ ਜਾਂਦੀ ਆ ਕਿ ਅਸੀਂ ਪਿੰਡ ਦੇ ਭਾਈ ਜੀ ਗ੍ਰੰਥੀ ਜੀ ਨੂੰ ਬੁਲਾਇਆ ਜਾਵੇ, ਕਿਉਂਕਿ ਕੋਈ ਗ੍ਰੰਥੀ ਇਦਾਂ ਦਾ ਨਹੀਂ ਹੈ ਜਿਹੜਾ ਨਹੀਂ ਪਹੁੰਚੇਗਾ। ਜੇ ਗ੍ਰੰਥੀ ਸਾਹਿਬ ਨੂੰ ਦੱਸਿਆ ਜਾਵੇਗਾ, ਆਪਾਂ ਦੂਰੋਂ ਖੜ ਕੇ ਉਸ ਪ੍ਰਾਣੀ ਦੀ ਬਹੁਤ ਹੀ ਸਤਿਕਾਰ ਦੇ ਨਾਲ ਅਰਦਾਸ ਕੀਤੀ ਜਾ ਸਕਦੀ ਹੈ। ਤੇ ਬਾਬਾ ਜੀ, ਜਿਵੇਂ ਪੁਰਾਣੇ ਬਜ਼ੁਰਗ ਆ ਜਿਹੜੇ ਹੈਗੇ ਵੱਡੇ ਵਡੇਰੇ ਕਹਿੰਦੇ ਆ ਕਿ ਜੇ ਰੀਤੀ ਰਿਵਾਜਾਂ ਦੇ ਨਾਲ ਸੰਸਕਾਰ ਨਹੀਂ ਹੁੰਦਾ ਤਾਂ ਜਿਹੜੀ ਮੁਕਤੀ ਨਹੀਂ ਮਿਲਦੀ। ਜਿਸ ਤਰ੍ਹਾਂ ਹੁਣ ਸ਼ਮਸ਼ਾਨ ਘਾਟਾਂ ਦੇ ਵਿੱਚ ਅਰਦਾਸ ਨੂੰ ਲੈ ਕੇ ਦੇਖ ਲਈਏ, ਜਾਂ ਅਸਥੀਆਂ ਜਿਹੜੀਆਂ ਲਟਕਦੀਆਂ ਰਹਿੰਦੀਆਂ ਉੱਥੇ ਜਾ ਕੇ, ਜਿਵੇਂ ਗੰਗਾ ਹੋਵੇ ਜਾਂ ਪਤਾਲਪੁਰੀ ਹੋਵੇ, ਉੱਥੇ ਨਹੀਂ ਪਹੁੰਚਦੀਆਂ। ਕਿਵੇਂ ਦੇਖਦੇ ਹੋ ਮੁਕਤੀ ਇਹਨਾਂ ਨੂੰ ਮਿਲੂਗੀ? ਇਹ ਮੁਕਤੀ ਦਾ ਜਿਹੜਾ ਮਾਰਗ ਸਾਡੇ ਗੁਰੂ ਸਾਹਿਬਾਂ ਨੇ ਭਾਵੇਂ ਸਾਨੂੰ ਗੁਰਬਾਣੀ ਦੇ ਨਾਲ ਸਰੀਰ ਵਿੱਚ ਰਹਿੰਦੇ ਹੀ ਮੁਕਤੀ ਦੀ ਗੱਲ ਕੀਤੀ ਹੈ, ਪਰ ਜੋ ਸਾਡੇ ਸੰਸਾਰ ਦੇ ਜੀਵ ਆ ਇਹਨਾਂ ਦੇ ਮਨਾਂ ਵਿੱਚ ਪ੍ਰਾਣੀ ਦੇ ਮਰਨ ਤੋਂ ਬਾਅਦ ਬੜੇ ਤਰ੍ਹਾਂ ਦੇ ਭੁਲੇਖੇ ਹੁੰਦੇ ਹਨ। ਜਿਵੇਂ ਕਈ ਵਾਰੀ ਆਪਾਂ ਸਤਿਗੁਰੂ ਦੀ ਬਾਣੀ ਵਿੱਚ ਪੜ੍ਹਦੇ ਆ ਕਿ ਘਰ ਕੀ ਨਾਰ ਬਹੁਤ ਹਿਤ ਜਾਸਿਉ, ਰਹਿਤ ਸਦਾ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀਏ। ਤੇ ਬਾਣੀ 'ਚ ਵੀ ਲਿਖਿਆ ਵੀ ਪ੍ਰੇਤ ਕਰਕੇ ਹਰ ਕੋਈ ਡਰ ਜਾਂਦਾ ਹੈ। ਜੇ ਪ੍ਰਾਣੀ ਦਾ ਸੰਸਕਾਰ ਆਪਾਂ ਮਰਿਆਦਾ ਦੇ ਅਨੁਸਾਰ ਇਹ ਦੁੱਖ ਦੀ ਬਿਮਾਰੀ ਦੇ ਸਮੇਂ ਦੂਰੋਂ ਖੜ ਕੇ ਨਹੀਂ ਕਰਦੇ ਤਾਂ ਇਹਦਾ ਡਰ ਸਹਿਮ ਸਾਰੇ ਲੋਕਾਂ ਦੇ ਵਿੱਚ ਹੋ ਸਕਦਾ। ਵੀ ਅੱਜ ਵੱਡਾ ਡਰ ਇਹ ਵੀ ਆ ਕਿਉਂਕਿ ਸਰੀਰ ਦਾ ਸਤਿਕਾਰ ਨਾਲ ਜਦੋਂ ਅਸੀਂ ਸੰਸਕਾਰ ਨਹੀਂ ਕਰਦੇ ਤਾਂ ਸ਼ਾਇਦ ਇਹ ਇੱਕ ਬਹੁਤ ਬੜਾ ਇੱਕ ਪ੍ਰੇਤ ਕਹਿ ਲਈਏ, ਕੁਛ ਵੀ ਕਹਿ ਲਈਏ, ਇਨਸਾਨ ਵਿੱਚ ਡਰ ਪੈਦਾ ਹੋ ਗਿਆ। ਆਪ ਜੀ ਨੇ ਸਵਾਲ ਅਗਲਾ ਕੀਤਾ ਮੁਕਤੀ ਦਾ।
ਇਹ ਬਿਲਕੁਲ ਸੱਚ ਗੱਲ ਆ। ਜਿਹੜੇ ਗੁਰਬਾਣੀ ਨਾਲ ਜੁੜ ਜਾਂਦੇ ਆ ਉਹ ਤਾਂ ਮੁਕਤੀ ਦੇ ਮਾਰਗ ਨੂੰ ਸਮਝ ਜਾਂਦੇ ਆ, ਪਰ ਜੋ ਫਾਨੀ ਸੰਸਾਰ ਮਾਇਆ ਦੇ ਮੂਹ ਵਿੱਚ ਹੈ ਉਹ ਇਹ ਮੰਨਦਾ ਵੀ ਇਹ ਇਨਸਾਨ ਦੀ ਅਰਦਾਸ ਤੋਂ ਬਿਨਾਂ ਜਾਂ ਮਰਿਆਦਾ ਦੇ ਬਿਨਾਂ ਮੁਕਤੀ ਨਹੀਂ ਹੋ ਸਕਦੀ ਹੈ। ਤੇ ਕਿਵੇਂ ਦੇਖਦੇ ਹੋ ਕਲਯੁਗ ਦੇ ਜਿਹੜੇ ਦਿਨ ਆਸਾਰ ਦਿਖ ਰਹੇ ਆ ਵੀ ਹਾਲਾਤ ਜਿਸ ਤਰ੍ਹਾਂ ਬਣ ਰਹੇ ਆ? ਜਿਵੇਂ ਸਤਿਗੁਰੂ ਮਹਾਰਾਜ ਦੀ ਧੁਰ ਕੀ ਬਾਣੀ ਨੇ ਸਾਨੂੰ ਦੱਸਿਆ ਹੈ, ਬਹੁਤ ਸਾਰੇ ਸਵਾਲ ਨੇ। ਉਹ ਸਵਾਲਾਂ ਦਾ ਜਵਾਬ ਅੱਜ ਕਰੋਨਾ ਦੇ ਸਮੇਂ ਸਾਡੇ ਸਾਹਮਣੇ ਸਾਡਾ ਮਨੁੱਖ ਬਣ ਚੁੱਕਿਆ ਹੈ। ਜਿੱਥੇ ਸਾਡੇ ਡਾਕਟਰ ਬਹੁਤ ਵੱਡਾ ਵੇਸਲਾ ਪਾਣੀ ਦੇ ਵਿੱਚ ਬਣਾ ਰਹੇ ਆ, ਕਿਉਂਕਿ ਸਾਡੇ ਡਾਕਟਰ ਜਿੱਥੇ ਉਹਨਾਂ ਵਿੱਚ ਡਰ ਪੈ ਬਹੁਤ ਜ਼ਿਆਦਾ ਪੈਦਾ ਹੋਇਆ। ਪ੍ਰਾਣੀ ਨੂੰ ਇਸ ਤਰੀਕੇ ਨਾਲ ਮੈਨੂੰ ਸ਼ਬਦ ਵਰਤਨ ਸੋਭਾ ਨਹੀਂ ਲੱਗਦਾ ਕਿ ਕਿਵੇਂ ਉਸ ਲਾਸ਼ ਨੂੰ ਧੂੰਦੇ ਆ, ਖਿੱਚ ਧੂੰਦੀ ਹੈ। ਠੀਕ ਆ, ਰੋਗ ਨਾਲ ਗਿਆ, ਸਾਡੇ ਕੋਲ ਹੱਬ ਹੱਥ ਕੰਡੇ ਆ, ਵਰਤ ਸਕਦੇ ਅਸੀਂ ਆਪਣੇ। ਸਾਡੇ ਬਚਾਅ ਦੇ ਲਈ ਸਾਡੇ ਕੋਲ ਸਾਰੇ ਸਾਧਨ ਨੇ। ਉਸ ਸਰੀਰ ਨੂੰ ਬੇਸ਼ੱਕ ਸਾਨੂੰ ਕੁਝ ਮਜਬੂਰੀਆਂ ਕਰਕੇ ਤਤਕਾਲ ਵਰਤਣਾ ਪੈਂਦਾ, ਪਰ ਫਿਰ ਵੀ ਸਾਨੂੰ ਇੰਨੇ ਨਿਰਦਈ ਨਹੀਂ ਬਣ ਜਾਣਾ ਚਾਹੀਦਾ ਕਿ ਇਨਸਾਨ ਨੂੰ ਅੱਜ ਰੋਲਦਾ ਫਿਰੇ।